ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਆਪ ਸਭ ਦਾ ਆਪਣੇ YouTube ਦੇ ਚੈਨਲ ਡੈਲਜ ਲਰਨਿੰਗ ਪੁਆਇੰਟ ਤੇ। ਅੱਜ ਇਹ ਸਾਡਾ ਦੂਸਰਾ ਲੈਕਚਰ ਹੈ ਜਿਸ ਦੇ ਵਿੱਚ ਅਸੀਂ ਪਿਛਲੇ ਲੈਕਚਰ ਨੂੰ ਅੱਗੇ ਕੰਟੀਨਿਊ ਕਰਾਂਗੇ ਨੰਬਰ ਸਿਸਟਮ ਨੂੰ। ਪਰ ਅੱਜ ਅਸੀਂ ਇੰਪੋਰਟੈਂਟ ਫੈਕਟਸ ਪੜਾਂਗੇ ਕਿ ਨੰਬਰਸ ਨੂੰ ਲੈ ਕੇ ਇੰਪੋਰਟੈਂਟ ਫੈਕਟਸ ਕਿਹੜੇ-ਕਿਹੜੇ ਹੈਗੇ ਨੇ ਤੇ ਜਿਹੜੇ ਪ੍ਰਾਈਮ ਨੰਬਰ ਅਸੀਂ ਕਹਿੰਦੇ ਆ ਉਹਨਾਂ ਨੂੰ ਜੇਕਰ ਕੋਈ ਵੱਡਾ ਨੰਬਰ ਸਾਡੇ ਸਾਹਮਣੇ ਆ ਜਾਂਦਾ ਤਾਂ ਅਸੀਂ ਉਸ ਨੂੰ ਕਿਵੇਂ ਚੈੱਕ ਕਰਾਂਗੇ ਕਿ ਪ੍ਰਾਈਮ ਹੈ ਜਾਂ ਨਹੀਂ ਹੈ। ਸੋ ਉਸ ਦੇ ਉਹਨੂੰ ਕਿਵੇਂ ਚੈੱਕ ਕਰਨਾ, ਉਹਦਾ ਮੈਥਡ। ਤੀਸਰਾ ਟੈਸਟ ਆਫ ਡਿਵਿਜ਼ਿਬਿਲਿਟੀ ਕਿ ਅਸੀਂ ਸਿੱਧੀਆਂ ਟ੍ਰਿਕਸ ਹੀ ਜਿਹੜੀਆਂ ਕਰਾਂਗੇ ਕਿ ਕਿਵੇਂ ਅਸੀਂ ਚੈੱਕ ਕਰ ਸਕਦੇ ਹਾਂ ਕਿ ਕਿਹੜਾ ਨੰਬਰ ਕਿਸੇ ਨੂੰ ਦੂਸਰੇ ਨੰਬਰ ਤੇ ਭਾਗ ਹੋ ਸਕਦਾ ਹੈ ਜਾਂ ਨਹੀਂ। ਸੋ ਇਸਦੀਆਂ ਜੋ ਟ੍ਰਿਕਸ ਹੋਣਗੀਆਂ ਉਹ ਅਸੀਂ ਪੜਾਂਗੇ। ਤੇ ਚੌਥਾ ਅੱਜ ਅਸੀਂ ਪ੍ਰੈਕਟਿਸ ਵੀ ਕਰਾਂਗੇ ਕੁਐਸਚਨਸ ਦੀ। ਕੱਲ ਅਸੀਂ ਥਿਊਰੀ ਕੀਤੀ ਸੀ, ਅੱਜ ਪਹਿਲਾਂ ਅਸੀਂ ਥਿਊਰੀ ਕਰਕੇ ਫਿਰ ਅਸੀਂ ਪ੍ਰੈਕਟਿਸ ਕੁਐਸਚਨਸ ਵੀ ਕਰਾਂਗੇ ਨਾਲ। ਸੋ ਸਭ ਤੋਂ ਪਹਿਲਾਂ ਅਸੀਂ ਇੰਪੋਰਟੈਂਟ ਫੈਕਟਸ ਵੱਲ ਧਿਆਨ ਦਿੰਦੇ ਹਾਂ ਕਿ ਜੋ ਸਾਡੇ ਕੋਲ ਇੰਪੋਰਟੈਂਟ ਫੈਕਟਸ ਹੈਗੇ ਨੇ। ਸੋ ਅਸੀਂ ਸਭ ਤੋਂ ਪਹਿਲਾ ਇੰਪੋਰਟੈਂਟ ਫੈਕਟ ਜਿਹੜਾ ਹੈ ਉਹ ਦੇਖਦੇ ਹਾਂ। ਸੋ ਪਹਿਲਾ ਜਿਹੜਾ ਫੈਕਟ ਹੈ ਸੋ ਉਹ ਹੈ ਕਿ ਆਲ ਨੈਚੁਰਲ ਨੰਬਰਸ, ਕਿ ਸਾਰੇ ਨੈਚੁਰਲ ਨੰਬਰ ਜਿਹੜੇ ਹੁੰਦੇ ਨੇ ਆਰ ਹੋਲ, ਕਿ ਸਾਰੇ ਨੈਚੁਰਲ ਨੰਬਰ ਜਿਹੜੇ ਨੇ ਉਹ ਹੋਲ ਨੰਬਰ ਹੁੰਦੇ ਨੇ। ਅਸੀਂ ਪਿਛਲੀ ਵੀਡੀਓ ਵਿੱਚ ਕੀਤਾ ਸੀ ਕਿ ਇੱਥੇ ਅਸੀਂ ਨੈਚੁਰਲ ਨੰਬਰ ਰੱਖੇ ਸੀ ਔਰ ਉਸ ਤੋਂ ਬਾਅਦ ਅਸੀਂ ਨੈਚੁਰਲਸ ਨੂੰ ਹੋਲ ਦੇ ਵਿੱਚ ਪਾ ਦਿੱਤਾ ਸੀ। ਸੋ ਸ਼ਾਇਦ ਤੁਹਾਨੂੰ ਯਾਦ ਹੋਵੇ ਪਿਛਲੀ ਵੀਡੀਓ। ਸੋ ਅਸੀਂ ਨੈਚੁਰਲਸ ਦੇ ਵਿੱਚ ਜਿਹੜਾ ਹੈ ਹੋਲ ਨੰਬਰਸ ਨੂੰ ਪਾ ਦਿੱਤਾ ਸੀ। ਇਸ ਨੂੰ ਤੁਸੀਂ ਦੇਖ ਸਕਦੇ ਹੋਵੋਗੇ ਕਿ ਅਸੀਂ ਨੈਚੁਰਲ ਦੇ ਵਿੱਚ ਜਿਹੜਾ ਹੈ ਮਤਲਬ ਹੋਲ ਨੰਬਰਸ ਦੇ ਵਿੱਚ ਨੈਚੁਰਲਸ ਨੂੰ ਸ਼ਿਫਟ ਕਰਤਾ ਸੀ। ਸੋ ਮਤਲਬ ਹੋਲ ਨੰਬਰ ਵੱਡੇ ਹੁੰਦੇ ਨੇ, ਸੋ ਇਸ ਕਰਕੇ ਸਾਰੇ ਨੈਚੁਰਲ ਹੀ ਹੋਲ ਹੋਇਆ ਕਰਨਗੇ। ਸੋ ਇਹ ਸੀ ਜੀ ਪਹਿਲੀ। ਉਸ ਤੋਂ ਬਾਅਦ ਹੈ ਮਤਲਬ ਇਹਦਾ ਕਨਵਰਸ ਟਰੂ ਨਹੀਂ ਹੈ ਕਿ ਆਲ ਹੋਲ ਨੰਬਰਸ ਜਿਹੜੇ ਨੇ ਉਹ ਨੈਚੁਰਲ ਨਹੀਂ ਹੋ ਸਕਦੇ। ਮਤਲਬ ਇਸ ਤੋਂ ਇੱਧਰ ਜਾਣਾ ਜਿਹੜਾ ਹੈ ਉਹ ਟਰੂ ਨਹੀਂ ਹੈਗਾ, ਕਿਉਂਕਿ ਨੈਚੁਰਲ ਹੁੰਦੇ ਨੇ 1 2 3 4 ਤੇ ਹੋਲ ਹੁੰਦੇ ਨੇ 0 1 2 3 4। ਸੋ ਮਤਲਬ 0 ਇਹਦੇ ਕੋਲ ਨਹੀਂ ਹੈ। ਸੋ ਸਾਰੇ ਹੋਲ ਨੰਬਰ ਨੈਚੁਰਲ ਨਹੀਂ ਹੋ ਸਕਦੇ। ਸੋ ਇਹ ਚੀਜ਼ ਅਸੀਂ ਪੜ੍ਹਦੇ ਹਾਂ ਜੀ। ਤੀਸਰੀ ਜਿਹੜੀ ਚੀਜ਼ ਹੈ ਅਸੀਂ ਪੜ੍ਹਦੇ ਹਾਂ ਉਹ ਹੈ ਕਿ all primes are not odd, ਕਿ ਸਾਰੇ ਪ੍ਰਾਈਮ ਓਡ ਨਹੀਂ ਹੁੰਦੇ। ਤੇ all primes are not even, ਕਿ ਸਾਰੇ ਪ੍ਰਾਈਮ ਇਵਨ ਵੀ ਨਹੀਂ ਹੁੰਦੇ। ਸਾਰੇ ਪ੍ਰਾਈਮ ਓਡ ਕਿਉਂ ਨਹੀਂ ਹੁੰਦੇ? ਕਿਉਂਕਿ 2 ਜਿਹੜਾ ਹੈ ਉਹ ਇਵਨ ਪ੍ਰਾਈਮ ਹੈ। ਔਰ ਸਾਰੇ ਇਵਨ ਕਿਉਂ ਨਹੀਂ ਹੁੰਦੇ? ਕਿਉਂਕਿ ਜਿਹੜਾ 3 ਤੇ 5 ਹੈ ਇਹ ਜਿਹੜੇ ਨੇ ਉਹ ਓਡ ਪ੍ਰਾਈਮ ਹੁੰਦੇ ਨੇ। ਸੋ ਸਾਰੇ ਇਵਨ ਵੀ ਨਹੀਂ ਹੁੰਦੇ ਤੇ ਸਾਰੇ ਓਡ ਵੀ ਨਹੀਂ ਹੁੰਦੇ। ਸੋ ਇਹ ਚੀਜ਼ ਸੀਗੀ ਜੀ। ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਇੰਪੋਰਟੈਂਟ ਫੈਕਟ ਦੀ ਤਾਂ ਸਮੋਲੈਸਟ ਪ੍ਰਾਈਮ ਨੰਬਰ ਜਿਹੜਾ ਹੈ ਉਹ 2 ਹੁੰਦਾ ਹੈ ਜੀ। ਠੀਕ ਹੈ ਜੀ। ਈਵਨ ਪ੍ਰਾਈਮ ਨੰਬਰ ਇਹ ਵੀ ਅਸੀਂ ਕੀਤਾ ਸੀ ਕਿ ਇਹ ਵੀ 2 ਹੁੰਦਾ। ਸੋ ਈਵਨ ਪ੍ਰਾਈਮ ਨੰਬਰ ਵੀ ਜਿਹੜਾ ਹੈ ਉਹ 2 ਹੁੰਦਾ। ਠੀਕ ਹੈ ਜੀ। ਔਰ ਈਵਨ ਪ੍ਰਾਈਮ ਵੀ ਨਹੀਂ, ਇਹ ਕਹਿ ਸਕਦੇ ਹਾਂ ਕਿ ਓਨਲੀ ਈਵਨ ਪ੍ਰਾਈਮ ਨੰਬਰ ਉਹ ਵੀ ਜਿਹੜਾ ਹੈ 2 ਹੀ ਹੁੰਦਾ ਸਾਡੇ ਕੋਲ। ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ ਕਿ ਫਸਟ ਓਡ ਪ੍ਰਾਈਮ, ਕਿਉਂਕਿ ਪਹਿਲਾ ਪ੍ਰਾਈਮ ਜਿਹੜਾ ਹੈ 2 ਹੈ ਤੇ ਉਹੀ ਪਹਿਲਾ ਈਵਨ ਪ੍ਰਾਈਮ ਹੋ ਗਿਆ। ਸੋ ਪਹਿਲਾ ਓਡ ਪ੍ਰਾਈਮ ਜਿਹੜਾ ਹੈ ਉਹ 3 ਹੋਏਗਾ। ਸੋ ਇਹ ਵੀ ਤੁਸੀਂ ਯਾਦ ਕਰਨਾ ਕਿ ਪਹਿਲਾ ਓਡ ਪ੍ਰਾਈਮ ਕਿਹੜਾ ਹੋਏਗਾ। ਠੀਕ ਹੈ ਜੀ। ਔਰ ਇਹ ਸੀਗਾ ਜੀ ਚੌਥਾ, ਪੰਜਵਾਂ, 6ਵਾਂ। ਹੁਣ ਅਸੀਂ 7ਵਾਂ ਪੁਆਇੰਟ ਦੇਖਦੇ ਹਾਂ। 7ਵਾਂ ਪੁਆਇੰਟ ਕੀ ਹੈ ਕਿ 1 ਇਜ਼ ਅ ਯੂਨੀਕ ਨੰਬਰ, ਕਿ ਜਿਹੜਾ 1 ਹੈ ਉਹ ਯੂਨੀਕ ਨੰਬਰ ਹੈ ਕਿਉਂਕਿ ਇਹ ਨਾਈਦਰ ਪ੍ਰਾਈਮ ਹੈ, ਕਿਉਂਕਿ ਨਾ ਤਾਂ ਇਹ ਪ੍ਰਾਈਮ ਹੈ ਨੋਰ ਕੰਪੋਜ਼ਿਟ। ਕਿ ਜਿਹੜਾ ਯੂਨੀਕ ਨੰਬਰ ਕਿਉਂ ਹੈ? ਕਿਉਂਕਿ ਇਹ ਨਾ ਤਾਂ ਪ੍ਰਾਈਮ ਹੈ ਤੇ ਨਾ ਹੀ ਕੰਪੋਜ਼ਿਟ ਹੈ। ਮਤਲਬ ਨਾ ਹੀ ਇੱਕ ਪ੍ਰਾਈਮ ਹੁੰਦਾ ਤੇ ਨਾ ਹੀ ਇੱਕ ਜਿਹੜਾ ਉਹ ਕੰਪੋਜ਼ਿਟ ਹੁੰਦਾ। ਠੀਕ ਹੈ ਜੀ। ਸੋ ਜੇ ਮੈਂ ਇੱਥੇ ਗੱਲ ਕਰਾਂ ਦ ਲੀਸਟ ਕੰਪੋਜ਼ਿਟ ਨੰਬਰ, ਕਿ ਸਭ ਤੋਂ ਛੋਟਾ ਕੰਪੋਜ਼ਿਟ ਨੰਬਰ ਕਿਹੜਾ ਹੋਏਗਾ? ਸੋ ਸਭ ਤੋਂ ਛੋਟਾ ਕੰਪੋਜ਼ਿਟ ਨੰਬਰ 4 ਹੀ ਹੈ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਜੇ ਮੈਂ ਇੱਥੇ ਗੱਲ ਕਰਾਂ ਦ ਲੀਸਟ ਓਡ ਕੰਪੋਜ਼ਿਟ ਨੰਬਰ, ਲੀਸਟ ਓਡ ਕੰਪੋਜ਼ਿਟ ਨੰਬਰ ਕਿਹੜਾ ਹੋਏਗਾ? ਸੋ ਫਿਰ ਉਹ 9 ਮਿਲਦਾ ਜਾ ਕੇ। ਸਭ ਤੋਂ ਛੋਟਾ ਓਡ ਕੰਪੋਜ਼ਿਟ ਨੰਬਰ 9 ਮਿਲਦਾ ਜੀ। ਉਸ ਤੋਂ ਪਹਿਲਾਂ ਜਿੰਨੇ ਵੀ ਕੰਪੋਜ਼ਿਟ ਮਿਲਦੇ ਨੇ ਉਹ ਹੁੰਦਾ ਸਾਡੇ ਕੋਲ 4 ਆ ਜਾਂਦਾ, ਸਾਡੇ ਕੋਲ 6 ਆ ਜਾਂਦਾ, ਸਾਡੇ ਕੋਲ 8 ਆ ਜਾਂਦਾ। ਤੇ ਉਸ ਤੋਂ ਬਾਅਦ 9 ਜਿਹੜਾ ਹੈ ਪਹਿਲਾ ਓਡ ਲੀਸਟ ਕੰਪੋਜ਼ਿਟ ਨੰਬਰ ਸਾਡੇ ਸਾਹਮਣੇ ਆਉਂਦਾ। ਸੋ ਇਹ ਸੀਗਾ ਜੀ ਬੇਸਿਕਲੀ ਜਿਹੜੀਆਂ ਚੀਜ਼ਾਂ ਜਿਹੜੀਆਂ ਅਸੀਂ ਪੜ੍ਹਦੇ ਹਾਂ। ਸੋ ਇਹ ਇੰਪੋਰਟੈਂਟ ਫੈਕਟ ਸੀਗੇ ਸਾਡੇ ਕੋਲ 9। ਉਮੀਦ ਹੈ ਤੁਹਾਨੂੰ ਇੰਪੋਰਟੈਂਟ ਫੈਕਟ ਜਿਹੜੇ ਉਹ ਸਮਝ ਆਏ ਹੋਣਗੇ। ਸੋ ਹੁਣ ਇੰਪੋਰਟੈਂਟ ਫੈਕਟ ਤੋਂ ਬਾਅਦ ਜਿਹੜੀ ਦੂਸਰੀ ਚੀਜ਼ ਅਸੀਂ ਵੀਡੀਓ ਦੀ ਸ਼ੁਰੂਆਤ 'ਚ ਤੁਹਾਨੂੰ ਦੱਸੀ ਸੀ ਕਿ ਹਾਊ ਟੂ ਚੈੱਕ ਪ੍ਰਾਈਮ।
ਹਾਊ ਟੂ ਚੈੱਕ ਪ੍ਰਾਈਮ, ਕਿ ਅਸੀਂ ਕਿਸੇ ਨੰਬਰ ਨੂੰ ਪ੍ਰਾਈਮ ਮਣੇ ਅਪਾਜ, ਮਤਲਬ ਕੋਈ ਨੰਬਰ ਅਪਾਜ ਹੈ, ਇਸ ਨੂੰ ਅਸੀਂ ਚੈੱਕ ਕਿਵੇਂ ਕਰਾਂਗੇ ਕਿ ਹਾਊ ਟੂ ਚੈੱਕ ਪ੍ਰਾਈਮ, ਅਸੀਂ ਕਿਸੇ ਵੀ ਨੰਬਰ ਨੂੰ ਪ੍ਰਾਈਮ ਕਿਵੇਂ ਚੈੱਕ ਕਰਾਂਗੇ। ਜੋ ਮੰਨ ਲਓ ਤੁਹਾਡੇ ਸਾਹਮਣੇ ਇੱਕ ਨੰਬਰ ਰੱਖ ਦਿੱਤਾ ਜਾਂਦਾ ਹੈ 137, ਹੁਣ ਤੁਸੀਂ ਇਸ ਨੂੰ ਚੈੱਕ ਕਰਨਾ ਹੈ ਕਿ ਇਹ ਪ੍ਰਾਈਮ ਹੈ ਜਾਂ ਪ੍ਰਾਈਮ ਨਹੀਂ ਹੈ। ਸੋ ਅਸੀਂ ਕੀ ਕਰਨਾ ਹੈ, ਬੇਸਿਕਲੀ ਜਿਹੜੀ ਚੀਜ਼ ਹੈ, ਅਸੀਂ ਇਸ ਤੋਂ ਇੱਕ ਵੱਡਾ ਨੰਬਰ, ਜਿਵੇਂ ਸਾਨੂੰ ਸਕੁਏਅਰ ਪਤਾ ਹੁੰਦੇ ਨੇ, ਸਕੁਏਅਰ ਕੀ ਹੁੰਦੇ ਨੇ, ਜਿਵੇਂ 1 ਦਾ ਸਕੁਏਅਰ 1 ਹੈ, 2 ਦਾ ਸਕੁਏਅਰ 4 ਹੈ, 3 ਦਾ ਸਕੁਏਅਰ 9 ਹੈ, 4 ਦਾ ਸਕੁਏਅਰ 16 ਹੈ। ਸੋ ਸਾਨੂੰ ਸਕੁਏਅਰ ਜਿਹੜੇ ਨੇ ਉਹ ਯਾਦ ਹੋਣੇ ਚਾਹੀਦੇ ਨੇ ਪ੍ਰਾਈਮ ਚੈੱਕ ਕਰਨ ਦੇ ਲਈ। ਸੋ ਅਸੀਂ ਕੀ ਕਰਦੇ ਹਾਂ ਬੇਸਿਕਲੀ ਕਿ 137 ਤੋਂ ਵੱਡੇ ਤੇ ਇਹੋ ਜਿਹਾ ਕਿਹੜਾ, ਜਿਵੇਂ ਇੱਥੇ ਅਸੀਂ ਲਿਖਦੇ ਜਾਈਏ, ਸੋ ਇੱਥੇ 144 ਮਿਲੇਗਾ ਜੋ ਕਿ 12 ਦਾ ਸਕੁਏਅਰ ਹੈ, ਤੇ ਇੱਥੇ 121 ਮਿਲੇਗਾ ਜੋ ਕਿ 11 ਦਾ ਸਕੁਏਅਰ ਹੈ। ਸੋ ਅਸੀਂ 137 ਤੋਂ ਵੱਡਾ ਨੰਬਰ ਦੇਖਣਾ ਕਿ ਕਿੰਦਾ ਸਕੁਏਅਰ ਆ ਰਿਹਾ ਹੈ, ਯਾਨੀ ਕਿ 144 ਜੋ ਆ ਰਿਹਾ ਹੈ ਉਹ 12 ਦਾ ਸਕੁਏਅਰ ਹੈ। ਸੋ ਅਸੀਂ 137 ਦੇ ਲਈ ਇੱਥੇ 12 ਦਾ ਸਕੁਏਅਰ ਯਾਦ ਰੱਖ ਲੈਣਾ ਹੈ। ਧਿਆਨ ਨਾਲ ਸਮਝਣਾ ਇਸ ਚੀਜ਼ ਨੂੰ ਕਿ 137 ਤੋਂ ਵੱਡਾ ਨੰਬਰ ਕਿਹੜਾ ਤੁਹਾਨੂੰ ਸਕੁਏਅਰ ਮਿਲ ਰਿਹਾ, ਉਸ ਦਾ ਇਹ ਵਾਲਾ ਨੰਬਰ ਤੁਸੀਂ ਇੱਥੇ ਰੱਖ ਲੈਣਾ ਹੈ 12। ਸੋ ਇੱਥੇ ਤੁਸੀਂ ਉਸ ਨੂੰ 12 ਦਾ ਸਕੁਏਅਰ ਲਿਖ ਕੇ ਰੱਖ ਲਿਆ, ਸਮਝ ਲੱਗੀ ਜੀ। ਉਸ ਤੋਂ ਬਾਅਦ ਤੁਸੀਂ ਕੀ ਕਰਨਾ, 12 ਤੋਂ ਛੋਟੇ ਇਹੋ ਜਿਹੇ ਕਿੰਨੇ ਪ੍ਰਾਈਮ ਨੰਬਰ ਨੇ ਉਹ ਤੁਸੀਂ ਲਿਖਣੇ ਨੇ। 12 ਤੋਂ ਛੋਟੇ ਪ੍ਰਾਈਮ, 12 ਤੋਂ ਛੋਟੇ ਪ੍ਰਾਈਮ ਨੰਬਰ ਲਿਖ ਲੈਣੇ ਨੇ। 12 ਤੋਂ ਛੋਟੇ ਕਿੰਨੇ ਪ੍ਰਾਈਮ ਨੰਬਰ ਨੇ, 2 3 5 7, ਉਸ ਤੋਂ ਬਾਅਦ ਸਿੱਧਾ 11 ਹੀ ਮਿਲਦਾ। ਸੋ ਇਹ 5 ਹੀ ਪ੍ਰਾਈਮ ਨੰਬਰ ਹੈਗੇ ਨੇ ਸਾਡੇ ਕੋਲ। ਲੱਗੀ ਸਮਝ। ਸਭ ਤੋਂ ਪਹਿਲਾ ਕੰਮ ਅਸੀਂ ਕੀ ਕਰਨਾ, ਜਿਸ ਨੂੰ ਅਸੀਂ ਪ੍ਰਾਈਮ ਚੈੱਕ ਕਰਨਾ, ਉਹ ਨੰਬਰ ਲਿਖਣਾ ਹੈ। ਉਸ ਨੰਬਰ ਤੋਂ ਵੱਡਾ ਕੋਈ ਨੰਬਰ ਜਿਹੜਾ ਸਕੁਏਅਰ ਦੇ ਵਿੱਚ ਪਿਆ ਹੁੰਦਾ ਉਸ ਨੂੰ ਲੱਭਣਾ ਹੈ। ਉਸ ਤੋਂ ਬਾਅਦ ਉਸ ਨੰਬਰ ਨੂੰ ਤੁਸੀਂ ਲਿਖ ਲੈਣਾ 12 ਨੂੰ, ਔਰ 12 ਤੋਂ ਛੋਟੇ ਪ੍ਰਾਈਮ ਨੰਬਰ ਲੱਭਣੇ ਸ਼ੁਰੂ ਕਰਨੇ ਨੇ ਤੁਸੀਂ। ਸੋ ਉਹ 5 ਹੀ ਮਿਲਦੇ ਆ। ਹੁਣ ਅਗਰ ਇਹਨਾਂ 5 ਨੰਬਰਾਂ ਵਿੱਚੋਂ 137 ਕਿਸੇ ਉੱਪਰ ਵੀ ਡਿਵਾਈਡ ਅਗਰ ਹੋ ਗਿਆ, ਅਗਰ 137 ਇਹਨਾਂ 5 ਨੰਬਰਾਂ ਵਿੱਚੋਂ ਕਿਸੇ ਤੇ ਵੀ ਡਿਵਾਈਡ ਹੋ ਗਿਆ ਤਾਂ 137 ਪ੍ਰਾਈਮ ਨਹੀਂ ਹੋਏਗਾ। ਅਗਰ ਇਹ 5 ਨੰਬਰਾਂ ਤੇ ਡਿਵਾਈਡ ਨਹੀਂ ਹੁੰਦਾ ਸੋ ਇਹ ਪ੍ਰਾਈਮ ਹੋ ਜਾਏਗਾ। ਸਮਝਦੇ ਹੋ ਜੀ ਕਿ ਅਸੀਂ ਸਾਰੇ ਨੰਬਰਸ ਦੇ ਉੱਪਰ ਇਸ ਨੂੰ ਚੈੱਕ ਨਹੀਂ ਕਰਨਾ, ਸਾਰੇ ਪਾੜਿਆਂ ਤੇ, ਕਿ ਪ੍ਰਾਈਮ ਇਸ ਨੂੰ ਸਾਰੇ ਪਾੜੇ ਤੇ ਚੈੱਕ ਕਰਕੇ ਦੇਖੋ ਕਿ 137 ਅਗਰ ਕਿਤੇ ਆਇਆ ਤਾਂ ਪ੍ਰਾਈਮ ਹੋ ਜਾਏਗਾ ਜਾਂ ਨਹੀਂ ਹੋਏਗਾ। ਇਸ ਤਰੀਕੇ ਨਾਲ ਹੀ ਚੈੱਕ ਕਰਨਾ। ਅਸੀਂ ਕਿਵੇਂ ਚੈੱਕ ਕਰਨਾ ਕਿ ਇੱਕ ਸਕੁਏਅਰ ਲੱਭਣਾ, 12 ਨੰਬਰ ਇਦਾਂ ਦਾ ਲੱਭਿਆ, ਉਸ ਤੋਂ ਛੋਟੇ ਪ੍ਰਾਈਮ ਲੱਭਣੇ। ਅਗਰ ਉਹਨਾਂ ਦੇ ਉੱਪਰ ਡਿਵਾਈਡ ਹੋ ਗਿਆ ਤਾਂ ਇਹਦਾ ਮਤਲਬ ਪ੍ਰਾਈਮ ਨਹੀਂ ਹੈ। ਅਗਰ ਮਤਲਬ ਡਿਵਾਈਡ ਅਗਰ ਨਹੀਂ ਹੋਇਆ ਤਾਂ ਇਹਦਾ ਮਤਲਬ ਉਹ ਪ੍ਰਾਈਮ ਹੈ। ਸਾਨੂੰ ਹੋਰ ਜ਼ਿਆਦਾ ਨੰਬਰਾਂ ਤੇ ਚੈੱਕ ਕਰਨ ਦੀ ਲੋੜ ਨਹੀਂ ਹੁੰਦੀ। ਸੋ ਇਹ ਈਜ਼ੀ ਜਿਹਾ ਫੰਡਾ ਹੈ ਇਹਦਾ। ਉਮੀਦ ਹੈ ਤੁਹਾਨੂੰ ਸਮਝ ਲੱਗੀ ਹੋਵੇਗੀ ਕਿ ਇਸ ਨੂੰ ਕਿਵੇਂ ਕਰਨਾ ਹੈ ਅਸੀਂ। ਠੀਕ ਹੈ ਜੀ। ਸੋ ਜਿਵੇਂ ਇੱਥੇ ਮੈਂ ਇੱਕ ਹੋਰ ਐਗਜ਼ਾਮਪਲ ਲੈ ਕੇ ਚੱਲਾਂ, ਜਿਵੇਂ ਇੱਥੇ ਇੱਕ ਹੋਰ ਐਗਜ਼ਾਮਪਲ ਮੈਂ 319 ਦੀ ਲੈ ਕੇ ਚੱਲਵਾਂ, 319 ਦੀ। ਸੋ 319 ਤੋਂ ਵੱਡਾ ਅਗਰ ਅਸੀਂ ਇਸ ਤਰੀਕੇ ਨਾਲ ਚੱਲੀਏ ਸੋ 324 ਮਿਲਦਾ ਜੋ ਕਿ 18 ਦਾ ਸਕੁਏਅਰ ਹੁੰਦਾ ਹੈ। ਸੋ ਅਸੀਂ ਇਸ ਨੂੰ 18 ਦੇ ਸਕੁਏਅਰ ਦੇ ਟਾਈਪ 'ਚ ਲਿਖ ਸਕਦੇ ਹਾਂ। ਸੋ ਸਾਡਾ ਜੋ ਕੰਮ ਹੈ ਹੁਣ ਉਹ ਸਿਰਫ ਇਹੀ ਹੈ ਕਿ ਅਸੀਂ 18 ਤੋਂ ਛੋਟੇ ਪ੍ਰਾਈਮ ਨੰਬਰ ਇਹਦੇ ਵਿੱਚ ਲੱਭਣੇ ਨੇ। 18 ਤੋਂ ਛੋਟੇ ਪ੍ਰਾਈਮ ਨੰਬਰ ਅਸੀਂ ਜੋ ਹੈ ਉਹ ਲੱਭਣੇ ਨੇ। ਸੋ ਅਸੀਂ 18 ਤੋਂ ਛੋਟੇ ਪ੍ਰਾਈਮ ਨੰਬਰ ਇਸ ਦੇ ਵਿੱਚ ਕਿਵੇਂ ਲੱਭਾਂਗੇ, ਇਹ ਸਾਡੇ ਲਈ ਜਿਹੜਾ ਉਹ ਦੇਖਣ ਵਾਲਾ ਕੰਮ ਹੈ। ਸੋ ਅਸੀਂ 18 ਤੋਂ ਛੋਟੇ ਜਿਹੜੇ ਪ੍ਰਾਈਮ ਹੈ ਉਹ ਲੱਭਾਂਗੇ। ਉਹ ਹੈ 2 3 5 7 11 13 ਅਤੇ 17। ਸੋ ਅਸੀਂ ਇਸ ਦੇ ਵਿੱਚ ਜੋ ਪ੍ਰਾਈਮ ਨੰਬਰ ਲੱਭਣੇ ਨੇ ਉਹ ਨੇ ਜੀ 2 3 5 7 11 ਅਤੇ 13। ਸੋ ਅਸੀਂ ਇਸ ਤਰੀਕੇ ਨਾਲ ਇਹਦੇ ਵਿੱਚ ਜੋ ਹੈ ਉਹ ਪ੍ਰਾਈਮ ਨੰਬਰਸ ਲੱਭਦੇ ਹਾਂ। ਸੋ ਹੁਣ ਤੁਸੀਂ ਸਿਰਫ ਇਹ ਦੇਖਣਾ ਕਿ ਅਗਰ ਇਹ ਇਹਨਾਂ ਸਾਰੇ ਪ੍ਰਾਈਮ ਨੰਬਰਸ ਦੇ ਵਿੱਚ ਭਾਗ ਹੋ ਗਿਆ, ਅਗਰ ਇਹ ਇਹਨਾਂ ਸਾਰਿਆਂ ਦੇ ਵਿੱਚ ਜਿਹੜਾ ਹੈ ਉਹ ਭਾਗ ਹੋ ਗਿਆ ਤਾਂ ਇਹਦਾ ਮਤਲਬ ਇਹ ਪ੍ਰਾਈਮ ਨਹੀਂ ਰਹਿ ਜਾਏਗਾ। ਸਾਡੇ ਕੋਲ ਜੋ ਚੈੱਕ ਕਰਨ ਦੇ ਲਈ ਜੋ ਸਿਰਫ ਕੰਮ ਹੈ ਉਹ ਕੀ ਹੈ ਕਿ ਅਸੀਂ ਸਿਰਫ ਇਹੀ ਦੇਖਣਾ ਹੈ ਕਿ ਇਹ ਸਿਰਫ ਇਹਨਾਂ ਦੇ ਵਿੱਚੋਂ ਕਿਤੇ ਚੈੱਕ ਹੋ ਰਿਹਾ ਜਾਂ ਨਹੀਂ ਹੋ ਰਿਹਾ। ਉਮੀਦ ਹੈ ਤੁਹਾਨੂੰ ਸਮਝ ਲੱਗ ਰਹੀ ਹੋਵੇਗੀ। ਅਸੀਂ ਸਿਰਫ ਇਹੀ ਚੈੱਕ ਕਰਨਾ ਹੈ ਕਿ ਅਗਰ 319 ਇਹਨਾਂ ਵਿੱਚੋਂ ਕਿਸੇ ਇੱਕ ਤੇ ਭਾਗ ਹੋ ਗਿਆ ਤਾਂ ਮਤਲਬ ਪ੍ਰਾਈਮ ਨਹੀਂ ਹੈ, ਔਰ ਅਗਰ ਇਹਨਾਂ ਵਿੱਚੋਂ ਕਿਸੇ ਤੇ ਭਾਗ ਹੋ ਗਿਆ ਸੋ ਇਹ ਜਿਹੜਾ ਪ੍ਰਾਈਮ ਨਹੀਂ ਰਹਿ ਜਾਏਗਾ। ਸੋ ਹੁੰਦਾ ਕਿ ਇਹ 11 ਜੋ ਹੈ, ਜੋ 11 ਨੰਬਰ ਹੈ 319 ਨੂੰ ਡਿਵਾਈਡ ਕਰ ਦਿੰਦਾ ਹੈ। ਅਸੀਂ ਇੱਥੇ ਦੇਖੀਏ ਸੋ 99 11 99। ਸੋ 11 ਨੇ ਇਸ ਨੂੰ ਭਾਗ ਕਰਤਾ। ਇਹਦਾ ਮਤਲਬ ਹੁਣ 319 ਜੋ ਹੈ ਉਹ ਨੋਟ ਪ੍ਰਾਈਮ ਨੰਬਰ। ਠੀਕ ਹੈ ਜੀ। ਸੋ ਇਹ ਨੋਟ ਪ੍ਰਾਈਮ ਹੈ, ਸੋ ਇਹ ਪ੍ਰਾਈਮ ਹੈ। ਠੀਕ ਹੈ ਜੀ। ਉਮੀਦ ਹੈ ਤੁਹਾਨੂੰ ਸਮਝ ਆਇਆ ਹੋਵੇਗਾ ਕਿ ਪ੍ਰਾਈਮ ਤੇ ਨੋਟ ਪ੍ਰਾਈਮ ਦਾ। ਸੋ ਇਸ ਤਰੀਕੇ ਨਾਲ ਅਸੀਂ ਜਿਹੜਾ ਚੈੱਕ ਕਰ ਸਕਦੇ ਹਾਂ ਜੀ। ਠੀਕ ਹੈ ਜੀ। ਤੁਹਾਨੂੰ ਲੱਗਿਆ ਹੋਵੇਗਾ ਸਮਝ। ਹੁਣ ਅਸੀਂ ਕੁਝ ਕੁ ਇੱਥੇ ਟੈਸਟ ਆਫ ਡਿਵਿਜ਼ੀਬਿਲਿਟੀ ਕਰਦੇ ਹਾਂ। ਟੈਸਟ ਆਫ ਡਿਵਿਜ਼ੀਬਿਲਿਟੀ ਅਸੀਂ ਕੋਈ ਬਹੁਤਾ ਲੰਬਾ ਚੌੜਾ ਕੰਮ ਨਹੀਂ ਕਰਨਾ ਡਿਵਿਜ਼ੀਬਿਲਿਟੀ ਦਾ, ਕਿਉਂਕਿ ਇੰਨਾ ਜ਼ਿਆਦਾ ਟਫ ਪੇਪਰ ਨਹੀਂ ਹੁੰਦਾ ETT ਦਾ ਜਾਂ ਕੋਈ ਪੀਟੈਟ ਵੀ ਅਸੀਂ ਲੈ ਕੇ ਚੱਲੀਏ। ਸੋ ਇੱਥੇ ਅਸੀਂ ਕੁਝ ਕੁ ਜਿਹੜੇ
ਟੈਸਟ ਆਫ ਡਿਵੀਜ਼ੀਬਿਲਟੀ ਹੈ, ਅਸੀਂ ਇੱਥੇ ਚੈੱਕ ਕਰਾਂਗੇ ਕਿਸੇ ਨੰਬਰ ਨੂੰ 2 ਤੇ 3 ਤੇ 4 ਤੇ 9 ਤੇ ਜਾਂ 8 ਤੇ ਕਿਵੇਂ ਚੈੱਕ ਕੀਤਾ ਜਾ ਸਕਦਾ ਕਿ ਕੋਈ ਨੰਬਰ ਇਹਨਾਂ ਦੇ ਉੱਪਰ ਭਾਗ ਹੁੰਦਾ ਹੈ ਜਾਂ ਨਹੀਂ ਹੁੰਦਾ। ਅਸੀਂ ਜੋ ਬੇਸਿਕਲੀ ਚੈੱਕ ਕਰਨਾ ਕਿਸੇ ਚੀਜ਼ ਨੂੰ। ਸੋ ਇੱਥੇ ਜੋ ਦੇਖਣ ਵਾਲੀ ਚੀਜ਼ ਹੈ, ਅਗਰ ਤੁਹਾਨੂੰ ਕਦੇ ਵੀ ਡਿਵੀਜ਼ੀਬਿਲਟੀ ਬਾਈ ਚੈੱਕ ਕਰਨੀ ਹੋਵੇ, ਤੁਸੀਂ ਡਿਵੀਜ਼ੀਬਿਲਟੀ ਬਾਈ 2 ਕਿ ਅਗਰ ਕੋਈ ਨੰਬਰ 2 ਨਾਲ ਭਾਗ ਹੋ ਰਿਹਾ ਯਾਨੀ ਇਸ ਨੂੰ ਚੈੱਕ ਕਰਨਾ ਹੈ ਅਗਰ ਤੁਸੀਂ, ਸੋ ਤੁਸੀਂ ਕਿਵੇਂ ਚੈੱਕ ਕਰ ਸਕਦੇ ਹੋ। ਤੁਸੀਂ ਸਿਰਫ ਇਹ ਦੇਖਣਾ ਹੈ ਕਿ ਉਸ ਨੰਬਰ ਦੇ ਬਿਲਕੁਲ ਲਾਸਟ ਵਾਲਾ ਅੱਖਰ, ਮਤਲਬ ਇਕਾਈ ਦਾ ਅੰਕ, ਜਾਂ ਅਸੀਂ ਕਹਿ ਦਈਏ ਯੂਨਿਟ ਪਲੇਸ, ਇੰਗਲਿਸ਼ ਵਾਲੇ ਜੋ ਨੇ ਉਹ ਯੂਨਿਟ ਪਲੇਸ, ਜਾਂ ਇੱਥੇ ਅਗਰ ਮੈਂ ਗੱਲ ਕਰਾਂ ਸੋ ਇਕਾਈ ਦਾ ਅੰਕ ਅਸੀਂ ਦੇਖਣਾ ਹੁੰਦਾ ਕਿਸੇ ਦੇ ਵੀ ਪਿੱਛੇ। ਸੋ ਅਗਰ ਉਹ ਇਕਾਈ ਦਾ ਅੰਕ 0, 2, 4, 6 ਜਾਂ 8 ਇਹਨਾਂ ਵਿੱਚੋਂ ਕੋਈ ਹੈ, ਸੋ ਇਹਦਾ ਮਤਲਬ ਉਹ 2 ਤੇ ਭਾਗ ਹੋ ਜਾਏਗਾ, ਅਦਰਵਾਈਜ਼ ਉਹ 2 ਤੇ ਭਾਗ ਨਹੀਂ ਹੋਏਗਾ। ਜਾਂ ਮੈਂ ਇੱਥੇ ਲਿਖਣੀ ਵੀ ਚਾਹਾਂ ਅਗਰ ਮੈਂ ਇਦਾਂ ਨੰਬਰ ਲਿਖਤੇ ਨੇ 3, ਸੋ ਇਹ ਪੂਰਾ ਨਹੀਂ ਤੁਸੀਂ 2 ਤੇ ਚੈੱਕ ਕਰਕੇ ਦੇਖਣਾ ਹੁੰਦਾ ਭਾਗ। ਅਸੀਂ ਸਿਰਫ ਇਹ ਦੇਖਣਾ ਕਿ ਅਖੀਰਲਾ ਅੱਖਰ ਕੀ ਹੈ। ਅਗਰ ਅਖੀਰਲਾ ਅੱਖਰ ਇਹਨਾਂ 5 ਵਿੱਚੋਂ ਕੋਈ ਹੈ, ਜਿਵੇਂ ਇੱਥੇ 2 ਹੈ, ਸੋ ਆਹ ਨੰਬਰ 2 ਤੇ ਭਾਗ ਹੋ ਜਾਏਗਾ, ਇਹ ਨਹੀਂ ਹੋਏਗਾ, ਇਹ ਵੀ ਨਹੀਂ ਹੋਏਗਾ। ਸੋ ਡਾਇਰੈਕਟਲੀ ਅਸੀਂ ਡਿਵੀਜ਼ੀਬਿਲਟੀ ਬਾਈ 2 ਜਿਹੜੀ ਉਹ ਚੈੱਕ ਕਰ ਸਕਦੇ ਹਾਂ। ਨੈਕਸਟ ਜੋ ਹੈ ਡਿਵੀਜ਼ੀਬਿਲਟੀ ਬਾਈ 3। ਅਸੀਂ ਕਿਸੇ ਵੀ ਨੰਬਰ ਨੂੰ ਜੇ ਚੈੱਕ ਕਰਨਾ ਹੋਵੇ ਕਿ 3 ਤੇ ਭਾਗ ਹੋ ਸਕਦਾ ਹੈ, ਯਾਨੀ ਅਸੀਂ ਕਿਵੇਂ ਚੈੱਕ ਕਰਾਂਗੇ। ਸੋ ਉਸ ਦੇ ਲਈ ਜੋ ਮੈਥਡ ਹੁੰਦਾ ਹੈ 3 ਦੇ ਲਈ, ਉਹ ਸਿੱਧਾ ਹੁੰਦਾ ਕਿ ਅਸੀਂ ਕੀ ਕਰਕੇ ਦੇਖਣਾ। ਮੰਨ ਲਓ ਤੁਹਾਨੂੰ ਕੋਈ ਵੀ ਨੰਬਰ 3 ਤੇ ਭਾਗ ਕਰਨ ਨੂੰ ਕਿਹਾ ਜਾ ਰਿਹਾ ਹੈ, ਕੋਈ ਵੀ ਨੰਬਰ, ਤੁਸੀਂ ਕੀ ਕਰਨਾ, ਉਸ ਦੇ ਵਿੱਚ ਜਿੰਨੇ ਵੀ ਅੰਕ ਉਸਨੇ ਦਿੱਤੇ ਨੇ, ਜਿਵੇਂ ਮੰਨ ਲਓ ਉਹ ਕਹਿ ਰਿਹਾ ਹੈ ਕਿ ਤੁਸੀਂ 1324 ਨੂੰ 3 ਤੇ ਭਾਗ ਕਰਕੇ ਚੈੱਕ ਕਰੋ ਕਿ ਭਾਗ ਹੁੰਦਾ ਜਾਂ ਨਹੀਂ। ਤਾਂ ਸਾਡਾ ਕੰਮ ਕਹਿੰਦਾ ਸੀ ਸਿਰਫ ਇਹਨਾਂ ਦਾ ਜੋੜ ਕਰਨਾ ਹੈ ਸਾਰੇ ਅੰਕਾਂ ਦਾ, 4, 2, 6, 3, 9 ਤੇ 1, 10, ਜੋੜ 10 ਆਇਆ। ਅਗਰ ਇਹ 10 3 ਤੇ ਭਾਗ ਹੋ ਗਿਆ ਤਾਂ ਇਹਦਾ ਮਤਲਬ ਆ ਵੀ ਨੰਬਰ 3 ਤੇ ਭਾਗ ਹੋ ਜਾਏਗਾ, ਅਦਰਵਾਈਜ਼ ਉਹ ਵੀ ਨੰਬਰ 3 ਤੇ ਭਾਗ ਨਹੀਂ ਹੋਵੇਗਾ। ਸਮਝ ਲੱਗ ਰਹੀ ਹੈ ਜੀ। ਜਿਵੇਂ ਮੰਨ ਲਓ ਮੈਂ ਇੱਥੇ ਤੁਹਾਡੇ ਅੱਗੇ ਇੱਕ ਐਗਜ਼ਾਮਪਲ ਰੱਖਾਂ 695 421, 695 421 ਇਹ ਵਾਲਾ ਨੰਬਰ ਮੈਂ ਤੁਹਾਡੇ ਅੱਗੇ ਰੱਖਤਾ। ਸੋ ਹੁਣ ਅਗਰ ਤੁਸੀਂ ਇਸ ਨੂੰ ਚੈੱਕ ਕਰਨਾ ਕਿ 3 ਤੇ ਭਾਗ ਹੁੰਦਾ ਜਾਂ ਨਹੀਂ, ਸੋ ਅਸੀਂ ਕਿਵੇਂ ਚੈੱਕ ਕਰਾਂਗੇ, 6 + 9 + 5 + 4 + 2 + 1। ਅਗਰ ਇਹ ਸਾਰਾ ਜੋੜ 3 ਤੇ ਭਾਗ ਹੋ ਗਿਆ ਤਾਂ ਇਹ ਨੰਬਰ ਵੀ 3 ਤੇ ਭਾਗ ਹੋ ਜਾਏਗਾ। 9 ਤੇ 6 15, 5 20, 4 24, 2 26 ਤੇ 27। तो अगर ये 27 ਜਿਹੜਾ 3 ਤੇ ਭਾਗ ਹੋ ਜਾਂਦਾ, ਇਹਦਾ ਮਤਲਬ ਆ ਵੀ ਜੋ ਨੰਬਰ ਹੈ ਉਹ 3 ਤੇ ਭਾਗ ਹੋ ਜਾਏਗਾ। ਹੁਣ ਤੁਹਾਡੇ ਤੇ ਹੈ ਕਿ ਤੁਸੀਂ ਪੇਪਰ 'ਚ ਤਾਂ ਜੋੜ ਕਰਕੇ ਦੇਖਦੇ ਹੋ ਸਿੱਧਾ 9 6 15 5 20 4 24 ਤੇ 3 27। ਸੋ ਉੱਦਾਂ ਵੀ ਅਸੀਂ ਕਰ ਸਕਦੇ ਹਾਂ। ਸੋ ਇਹ ਬੇਸਿਕਲੀ ਇੱਕ ਟ੍ਰਿਕ ਹੋਗੀ ਸਾਡੇ ਕੋਲ ਕਿ ਡਿਵੀਜ਼ੀਬਿਲਟੀ ਬਾਈ 3 ਅਸੀਂ ਬੜੇ ਆਰਾਮ ਨਾਲ ਚੈੱਕ ਕਰ ਸਕਦੇ ਹਾਂ। ਸੋ ਇਹ ਸੀ ਡਿਵੀਜ਼ੀਬਿਲਟੀ ਬਾਈ 3 ਦੀ ਟ੍ਰਿਕ। ਉਮੀਦ ਹੈ ਤੁਹਾਨੂੰ ਜਿਹੜੀ ਉਹ ਸਮਝ ਲੱਗੀ ਹੋਵੇਗੀ ਕਿ ਅਸੀਂ 3 ਦੀ ਡਿਵੀਜ਼ੀਬਿਲਟੀ ਵੀ ਕਿਵੇਂ ਚੈੱਕ ਕਰ ਸਕਦੇ ਹਾਂ। ਸਮਝ ਲੱਗੀ ਜੀ? ਠੀਕ ਹੈ ਜੀ, ਅੱਗੇ ਚੱਲਦੇ ਹਾਂ। ਉਸ ਤੋਂ ਬਾਅਦ ਅਸੀਂ ਇੱਥੇ ਇੱਕ ਨਵੀਂ ਚੀਜ਼ ਹੋਰ ਦੇਖਦੇ ਹਾਂ ਕਿ ਡਿਵੀਜ਼ੀਬਿਲਟੀ ਬਾਈ 9 ਕਿ ਕੋਈ ਰਕਮ 9 ਤੇ ਕਿਵੇਂ ਭਾਗ ਹੁੰਦੀ ਹੈ, ਇਸ ਨੂੰ ਚੈੱਕ ਕਰਨਾ ਹੋਵੇ। ਉੱਥੇ ਵੀ ਸੇਮ ਫੰਡਾ 3 ਵਾਲਾ ਹੀ ਹੋਏਗਾ ਜਿਵੇਂ ਅਸੀਂ 3 'ਚ ਕੀਤਾ ਹੈ ਕਿ ਤੁਸੀਂ ਸਾਰੀਆਂ ਰਕਮਾਂ ਦਾ ਜੋੜ ਕਰਨਾ ਹੈ ਔਰ ਅਗਰ ਉਹ ਜੋੜ 9 ਦੇ ਉੱਤੇ ਭਾਗ ਹੋ ਗਿਆ, ਇਸ ਦਾ ਮਤਲਬ ਉਹ ਨੰਬਰ ਵੀ 9 ਤੇ ਭਾਗ ਹੋ ਜਾਏਗਾ, ਅਦਰਵਾਈਜ਼ ਉਹ ਨੰਬਰ 9 ਦੇ ਉੱਤੇ ਭਾਗ ਨਹੀਂ ਹੋਏਗਾ। ਸੋ 3 ਵਾਲੀ ਟ੍ਰਿਕ ਹੀ ਸੇਮ ਡਿਵੀਜ਼ੀਬਿਲਟੀ ਬਾਈ 9 ਦੇ ਉੱਪਰ ਵੀ ਕੰਮ ਕਰੇਗੀ। ਉਮੀਦ ਹੈ ਤੁਹਾਨੂੰ ਇਹ ਸਮਝ ਆਇਆ ਹੋਵੇਗਾ ਕਿ ਡਿਵੀਜ਼ੀਬਿਲਟੀ ਬਾਈ 9 ਵਾਲਾ ਕੰਮ ਵੀ ਅਸੀਂ ਕਿਵੇਂ ਕਰਨਾ ਹੈ। ਠੀਕ ਹੈ ਜੀ। ਸੋ ਅਸੀਂ ਨੈਕਸਟ ਦੇਖਦੇ ਹਾਂ। ਨੈਕਸਟ ਜਿਹੜੀ ਡਿਵੀਜ਼ੀਬਿਲਟੀ ਹੈ ਡਿਵੀਜ਼ੀਬਿਲਟੀ ਬਾਈ 4। ਅਸੀਂ 4 ਦੀ ਡਿਵੀਜ਼ੀਬਿਲਟੀ ਚੈੱਕ ਕਰਨੀ ਹੈ ਕਿ ਕੋਈ ਨੰਬਰ 4 ਤੇ ਡਿਵੀਜ਼ੀਬਲ ਹੈ ਜਾਂ 4 ਤੇ ਡਿਵੀਜ਼ੀਬਲ ਨਹੀਂ ਹੈ। ਸੋ ਅਸੀਂ ਕੁਝ ਨਹੀਂ ਕਰਨਾ ਹੁੰਦਾ, ਕੋਈ ਲੰਬਾ ਚੌੜਾ ਕੰਮ ਨਹੀਂ ਕਰਨਾ ਹੁੰਦਾ। ਅਸੀਂ ਇਹ ਦੇਖਣਾ ਸਾਨੂੰ ਚਾਹੇ ਉਹ 8 ਅੱਖਰਾਂ ਦਾ ਕੋਈ ਨੰਬਰ ਦੇ ਦੇ, ਅਸੀਂ ਸਿਰਫ ਇਹ ਚੈੱਕ ਕਰਨਾ ਉਸਦੇ ਜੋ ਅਖੀਰਲੇ 2 ਅੱਖਰ ਨੇ ਅਗਰ ਉਹ 4 ਤੇ ਭਾਗ ਹੋ ਰਹੇ ਹੈ ਤਾਂ ਇਹਦਾ ਮਤਲਬ ਨੰਬਰ 4 ਤੇ ਭਾਗ ਹੋ ਜਾਏਗਾ। ਮੰਨ ਲਓ ਮੈਂ ਤੁਹਾਡੇ ਅੱਗੇ ਇੱਕ ਐਗਜ਼ਾਮਪਲ ਰੱਖਦਾ 6879376376 ਤੇ ਇੱਕ ਨੰਬਰ ਮੈਂ ਰੱਖਦਾ 496138। ਸੋ ਤੁਸੀਂ ਸਿਰਫ ਇਹ ਚੈੱਕ ਕਰਨਾ ਕਿ 76 ਜੋ ਹੈ ਉਹ 4 ਤੇ ਭਾਗ ਹੋ ਰਿਹਾ ਜਾਂ ਨਹੀਂ ਹੋ ਰਿਹਾ। ਸੋ 76 4 ਤੇ ਭਾਗ ਹੁੰਦਾ ਹੈ, ਇਹਦਾ ਮਤਲਬ ਆ ਵੀ ਨੰਬਰ 4 ਤੇ ਭਾਗ ਹੋ ਜਾਏਗਾ। 38 4 ਦੇ ਟੇਬਲ ਤੇ ਨਹੀਂ ਹੁੰਦਾ, ਮਤਲਬ ਇਹ ਨੰਬਰ 4 ਤੇ ਡਿਵੀਜ਼ੀਬਲ ਨਹੀਂ ਹੋਏਗਾ। ਸੋ ਉਮੀਦ ਹੈ ਤੁਹਾਨੂੰ ਸਮਝ ਆਇਆ ਹੋਵੇਗਾ ਕਿ ਡਿਵੀਜ਼ੀਬਿਲਟੀ ਬਾਈ 4 ਅਸੀਂ ਕਿਵੇਂ ਚੈੱਕ ਕਰਨੀ ਹੁੰਦੀ ਹੈ। ਕਲੀਅਰ ਹੈ ਜੀ। ਸੋ ਇਹ ਸੀਗਾ ਕਿ ਟੈਸਟ ਆਫ ਡਿਵੀਜ਼ੀਬਿਲਟੀ। ਅਸੀਂ ਜ਼ਿਆਦਾ ਲੰਬੇ ਚੌੜੇ ਨਹੀਂ ਕਰਾਂਗੇ, ਮਤਲਬ ਅਸੀਂ ਇੱਕ ਲਾਸਟ ਹੋਰ ਦੇਖਾਂਗੇ। ਲਾਸਟ ਕਿਹੜਾ ਹੈ ਡਿਵੀਜ਼ੀਬਿਲਟੀ ਬਾਈ 8 ਦਾ। ਉਸ ਤੋਂ ਬਾਅਦ ਅਸੀਂ ਹੋਰ ਕੋਈ ਡਿਵੀਜ਼ੀਬਿਲਟੀ ਨਹੀਂ ਕਰਾਂਗੇ ਕਿਉਂਕਿ ਪੇਪਰ ਦੇ ਵਿੱਚ ਅਗਰ ਕੁਝ ਹੋਰ ਆਉਂਦਾ ਹੈ ਸੋ ਤੁਸੀਂ ਉਸ ਨੂੰ ਟਰਾਈ ਕਰ ਲਿਆ ਜੇ, ਬਟ ਜੋ ਟ੍ਰਿਕਸ ਨੇ ਜੋ ਈਜ਼ੀ ਹੈ ਉਹ ਇਹੀ ਅਵੇਲੇਬਲ ਹੁੰਦਾ ਹੈ। ਸੋ ਬਾਕੀਆਂ ਦੀ ਡਿਵੀਜ਼ੀਬਿਲਟੀ ਸਾਨੂੰ ਕਰਕੇ ਦੇਖਣੀ ਪੈਂਦੀ ਹੈ। ਡਿਵੀਜ਼ੀਬਿਲਟੀ ਬਾਈ 8 ਦਾ 4 ਵਾਲਾ ਫੰਡਾ ਹੀ ਹੈ। ਇਹ 4 ਦੇ ਵਿੱਚ ਅਸੀਂ ਅਖੀਰਲੇ 2 ਡਿਜਿਟ ਚੈੱਕ ਕਰਦੇ ਹਾਂ, 8 ਦੇ ਵਿੱਚ ਅਸੀਂ ਅਖੀਰਲੇ 3 ਡਿਜਿਟ ਚੈੱਕ ਕਰਨੇ ਹੁੰਦੇ ਨੇ, ਲਾਸਟ 3 ਡਿਜਿਟ ਅਸੀਂ ਚੈੱਕ ਕਰਨੇ ਹੁੰਦੇ ਨੇ।
ਜਦੋਂ ਵੀ ਸਾਨੂੰ ਡਿਵੀਜ਼ੀਬਿਲਟੀ ਆਫ 8 ਚੈੱਕ ਕਰਨ ਨੂੰ ਆਉਂਦੀ ਹੈ, ਜਿਵੇਂ ਮੈਂ ਨੰਬਰ ਤੁਹਾਨੂੰ ਅਗਰ ਦੱਸਾਂ 576 ਔਰ 484, 576 484, ਅਗਰ ਤੁਹਾਨੂੰ ਇਸ ਨੰਬਰ ਨੂੰ ਚੈੱਕ ਕਰਨਾ ਹੋਵੇ ਡਿਵੀਜ਼ੀਬਿਲਟੀ ਹੈ 8, ਸੋ 484 ਜਿਹੜਾ ਹੈ ਉਸ ਨੂੰ 8 ਡਿਵਾਈਡ ਨਹੀਂ ਕਰਦਾ, ਸੋ ਇਸ ਦਾ ਮਤਲਬ ਆ ਨੰਬਰ ਵੀ 8 ਤੇ ਭਾਗ ਨਹੀਂ ਹੋਏਗਾ। ਸੋ ਇਸ ਤਰੀਕੇ ਨਾਲ ਅਸੀਂ ਦੱਸ ਸਕਦੇ ਹਾਂ। ਸੋ ਅਸੀਂ ਜੋ ਕੀਤਾ ਉਹ ਹੈ ਡਿਵੀਜ਼ੀਬਿਲਟੀ ਬਾਈ 2, 3, 9, 4 ਔਰ 8। 2 ਦਾ ਸਿੰਪਲ ਜਿਹਾ ਕੰਮ ਹੈ ਕਿ 5 ਅਗਰ ਇਹ ਡਿਜਿਟ ਵਿੱਚੋਂ ਕੋਈ ਵੀ ਡਿਜਿਟ ਉਹਦੇ ਐਂਡ ਤੇ ਹੈ, ਸੋ ਉਹ ਨੰਬਰ 2 ਤੇ ਭਾਗ ਹੋ ਜਾਏਗਾ। ਅਗਰ ਅਸੀਂ 3 ਤੇ ਚੈੱਕ ਕਰਨਾ, ਸੋ ਅਸੀਂ ਸਿਰਫ ਇਹ ਚੈੱਕ ਕਰਨਾ ਹੁੰਦਾ ਕਿ ਉਸ ਦੇ ਸਾਰੇ ਡਿਜਿਟਸ ਦਾ ਜੋ ਜੋੜ ਹੈ ਅਗਰ ਉਹ 3 ਤੇ ਭਾਗ ਹੋ ਗਿਆ ਤਾਂ ਨੰਬਰ ਵੀ 3 ਤੇ ਭਾਗ ਹੋ ਜਾਏਗਾ। ਅਗਰ ਅਸੀਂ ਗੱਲ ਕਰੀਏ ਕਿ ਡਿਵੀਜ਼ੀਬਿਲਟੀ ਬਾਈ 9 ਦੀ, ਸੋ ਸਾਰੇ ਡਿਜਿਟ ਦਾ ਅਗਰ ਸਮ 9 ਨਾਲ ਭਾਗ ਹੋ ਗਿਆ, ਸੋ ਉਹ ਨੰਬਰ ਵੀ 9 ਤੇ ਭਾਗ ਹੋ ਜਾਏਗਾ। ਡਿਵੀਜ਼ੀਬਿਲਟੀ ਬਾਈ 4 ਇਹ ਹੁੰਦਾ ਕਿ ਲਾਸਟ ਦੇ 2 ਡਿਜਿਟ ਅਗਰ 4 ਤੇ ਭਾਗ ਹੋ ਗਏ, ਸੋ ਨੰਬਰ ਵੀ 4 ਤੇ ਭਾਗ ਹੋ ਜਾਏਗਾ। ਔਰ ਡਿਵੀਜ਼ੀਬਿਲਟੀ ਬਾਈ 8 ਦੇ ਲਈ ਜੋ ਰੂਲ ਹੈ ਉਹ ਇਹੀ ਹੈ ਕਿ ਅਗਰ ਅਖੀਰਲੇ 3 ਡਿਜਿਟ 8 ਤੇ ਭਾਗ ਹੋ ਗਏ, ਸੋ ਨੰਬਰ ਵੀ ਜੋ 8 ਤੇ ਭਾਗ ਹੋ ਜਾਏਗਾ। ਸੋ ਬੇਸਿਕ ਜਿਹਾ ਫੰਡਾ ਸੀ ਇਹ ਸਾਡੇ ਸਾਹਮਣੇ। ਹੁਣ ਅਸੀਂ ਜੋ ਚੀਜ਼ ਕਰਨੀ ਹੈ ਉਹ ਸਾਡੇ ਕੋਲ ਜੋ ਹੈ ਬੇਸਿਕ ਅਸੀਂ ਜੋ ਨੈਕਸਟ ਦੇਖਣ ਲੱਗੇ ਹਾਂ ਉਹ ਨੈਕਸਟ ਚੀਜ਼ ਜੋ ਹੈ ਸਾਡੇ ਕੋਲ। ਇਸ ਤੋਂ ਬਾਅਦ ਅਸੀਂ ਕੁਐਸਚਨਸ ਦੀ ਪ੍ਰੈਕਟਿਸ ਵੀ ਕਰਨੀ ਹੈ, ਸੋ ਵੀਡੀਓਜ਼ ਨੂੰ ਜ਼ਰੂਰ ਅਖੀਰ ਤੱਕ ਦੇਖੋ। ਇਸ ਤੋਂ ਬਾਅਦ ਅਸੀਂ ਕੁਝ ਫਾਰਮੂਲੇ ਹੁਣ ਕਰਦੇ ਹਾਂ। ਉਸ ਫਾਰਮੂਲੇ ਕਰਨ ਤੋਂ ਬਾਅਦ ਅਸੀਂ ਜੋ ਹੈ ਡਾਇਰੈਕਟ ਹੁਣ ਕੁਐਸਚਨਸ ਹੀ ਕਰਾਂਗੇ। ਸੋ ਕੁਝ ਫਾਰਮੂਲਾ ਹੋ ਸਕਦਾ ਤੁਸੀਂ ਪੜ੍ਹੇ ਹੋ ਸਕਦੇ, ਕੁਝ ਜਿਹੜੇ ਨਹੀਂ ਵੀ ਪੜ੍ਹੇ ਹੋ ਸਕਦੇ। ਇਸ ਨੂੰ ਅਸੀਂ ਦੇਖਦੇ ਹਾਂ ਕਿ ਇੱਕ ਫਾਰਮੂਲਾ ਜੋ ਅਸੀਂ ਕਰਦੇ ਹਾਂ a ਪਲਸ b ਦੇ ਹੋਲ ਸਕੁਅਰ ਦਾ। ਸੋ ਇਹ ਫਾਰਮੂਲਾ ਹੁੰਦਾ a ਸਕੁਅਰ ਪਲਸ b ਸਕੁਅਰ ਪਲਸ 2ab। ਨੈਕਸਟ ਅਸੀਂ ਫਾਰਮੂਲਾ ਕਰਦੇ ਹਾਂ a ਮਾਈਨਸ b ਦੇ ਸਕੁਅਰ ਦਾ। ਸੋ ਉਹ ਵੀ ਇਹੀ ਹੁੰਦਾ a ਸਕੁਅਰ ਪਲਸ b ਸਕੁਅਰ, ਬਸ ਇੱਥੇ ਜੋ ਹੈ ਉਹ ਮਾਈਨਸ ਆ ਜਾਂਦਾ। ਜੇਕਰ ਇੱਥੇ ਅਸੀਂ ਕਰੀਏ a ਪਲਸ b ਦੇ ਕਿਊਬ ਦਾ, ਸੋ ਉਹ ਹੁੰਦਾ a ਦੀ ਕਿਊਬ ਪਲਸ b ਦੀ ਕਿਊਬ ਪਲਸ 3ab ਔਰ a ਪਲਸ b। ਅਗਰ ਮੈਂ ਇੱਥੇ ਗੱਲ ਕਰਾਂ a ਮਾਈਨਸ b ਦੇ ਕਿਊਬ ਦੀ, ਸੋ ਉਹ ਹੁੰਦਾ a ਕਿਊਬ ਮਾਈਨਸ b ਕਿਊਬ ਮਾਈਨਸ 3ab a ਮਾਈਨਸ b। ਤੁਹਾਨੂੰ ਇੱਥੇ ਦੇਖ ਕੇ ਲੱਗਦਾ ਹੋਇਆ ਕਿਉਂਕਿ ਬੜੇ ਆਰਾਮ ਨਾਲ ਲਿਖਿਆ ਜਾ ਰਿਹਾ। ਅਸਲ 'ਚ ਅਸੀਂ ਫਾਰਮੂਲੇ ਸਿਰਫ ਪਲੱਸ ਵਾਲੇ ਯਾਦ ਕੀਤੇ ਹੁੰਦੇ ਨੇ। ਜਦੋਂ ਵੀ b ਦੇ ਅੱਗੇ ਮਾਈਨਸ ਲੱਗ ਗਿਆ, ਸੋ ਅਸੀਂ ਕੀ ਕਰਨਾ ਹੈ, ਇੱਥੇ b ਦੀ ਜਗ੍ਹਾ ਮਾਈਨਸ b ਭਰ ਦੇਣਾ। ਸੋ ਇੱਥੇ ਮਾਈਨਸ b ਭਰਦੇ ਹਾਂ ਤਾਂ ਪਲੱਸ ਦਾ ਹੀ ਰਹਿ ਜਾਂਦਾ, ਇੱਥੇ ਭਰਦੇ ਹਾਂ ਤਾਂ ਉਹ ਮਾਈਨਸ ਦਾ ਹੋ ਜਾਂਦਾ। ਸੋ ਬੇਸਿਕਲੀ ਜਿਹੜਾ ਅਸੀਂ ਇਸ ਨੂੰ ਇਸ ਤਰੀਕੇ ਨਾਲ ਕਰਦੇ ਹਾਂ। ਹਾਲਾਂਕਿ ਕੁਝ ਯਾਦ ਨਹੀਂ ਹੁੰਦਾ, ਸਿਰਫ ਇਹ ਜਿਹੜੀ ਪੁਟਿੰਗ ਹੈ ਅਸੀਂ ਕਰ ਕਰਕੇ ਹਮੇਸ਼ਾ ਯਾਦ ਰੱਖਦੇ ਹਾਂ। ਇਸ ਤੋਂ ਬਾਅਦ ਜੇਕਰ ਮੈਂ ਗੱਲ ਕਰਾਂ ਤੁਹਾਡੇ ਕੋਲੇ a ਕਿਊਬ ਪਲਸ b ਕਿਊਬ ਦੇ ਫਾਰਮੂਲੇ ਦੀ, ਜੇ ਮੈਂ ਇੱਥੇ ਗੱਲ ਕਰਾਂ a ਕਿਊਬ ਪਲਸ b ਕਿਊਬ ਦੇ ਫਾਰਮੂਲੇ ਦੀ, ਸੋ a ਕਿਊਬ ਪਲਸ b ਕਿਊਬ ਦਾ ਜੋ ਫਾਰਮੂਲਾ ਹੈ ਉਹ ਹੁੰਦਾ a ਪਲਸ b a ਸਕੁਅਰ ਮਾਈਨਸ ab ਪਲਸ b ਸਕੁਅਰ। ਇਸ ਫਾਰਮੂਲੇ ਨੂੰ ਤੁਸੀਂ ਯਾਦ ਰੱਖਣਾ ਹੈ ਕਿਉਂਕਿ ਕੁਐਸਚਨ ਜ਼ਿਆਦਾਤਰ ਇਸੇ ਫਾਰਮੂਲੇ ਦੇ ਬੇਸ ਤੇ ਹੁੰਦੇ ਨੇ। ਇੱਕ ਫਾਰਮੂਲਾ ਹੈ a ਕਿਊਬ ਮਾਈਨਸ b ਕਿਊਬ, ਜੋ ਕਿ ਹੁੰਦਾ a ਮਾਈਨਸ b a ਸਕੁਅਰ ਪਲਸ ab ਪਲਸ b ਸਕੁਅਰ। ਮਤਲਬ ਇੱਥੇ ਪਲੱਸ ਹੋ ਜਾਂਦਾ ਤੇ ਇੱਥੇ ਮਾਈਨਸ ਹੁੰਦਾ ਹੈ ਜੀ। ਠੀਕ ਹੈ ਜੀ। ਸੋ ਬੇਸਿਕ ਤੁਸੀਂ ਇਸ ਫਾਰਮੂਲੇ ਨੂੰ ਜੋ ਹੈ ਯਾਦ ਰੱਖਣਾ ਹੈ। ਔਰ ਇੱਕ ਫਾਰਮੂਲਾ ਸਾਡੇ ਕੋਲ ਹੁੰਦਾ ਹੈ a ਸਕੁਅਰ ਮਾਈਨਸ b ਸਕੁਅਰ ਦਾ, ਜੋ ਕਿ ਹੁੰਦਾ ਹੈ a ਮਾਈਨਸ b ਤੇ a ਪਲਸ b। ਇਹ ਫਾਰਮੂਲੇ ਤੁਸੀਂ ਯਾਦ ਰੱਖਣੇ ਨੇ, ਪਰ ਇੰਪੋਰਟੈਂਟ ਫਾਰਮੂਲੇ ਸਾਡੇ ਕੋਲ ਇਹ 2 ਨੇ। ਹਾਲਾਂਕਿ ਇਹਨਾਂ ਨੂੰ ਇੰਪੋਰਟੈਂਟ ਕਿਹਾ ਜਾਂਦਾ ਹੈ, ਪਰ ਜਦੋਂ ਕੋਈ ਕੰਪੀਟੀਟਿਵ ਐਗਜ਼ਾਮ ਹੁੰਦਾ ਤਾਂ ਉਹਦੇ ਲਈ ਜੋ ਹੈ ਇੰਪੋਰਟੈਂਟ ਇਹ ਵਾਲੇ 2 ਰਹਿ ਜਾਂਦੇ ਨੇ। ਹਾਲਾਂਕਿ ਜਦੋਂ ਅਸੀਂ ਪੜ੍ਹਦੇ ਹਾਂ ਛੋਟੀ ਕਲਾਸਾਂ 'ਚ ਤਾਂ ਸਾਨੂੰ ਇਹ ਵਾਲੇ ਇੰਪੋਰਟੈਂਟ ਦੱਸੇ ਜਾਂਦੇ ਨੇ ਦੋਨੋਂ ਦੇ ਦੋਨੋਂ। ਸੋ ਇਹ ਚੀਜ਼ ਸੀ, ਜਿਹੜੇ ਕੁਐਸਚਨਸ ਤੁਸੀਂ ਯਾਦ ਕਰਨੇ ਨੇ, ਜਿਹੜੇ ਫਾਰਮੂਲਾਸ ਤੁਸੀਂ ਈਵਨ ਯਾਦ ਕਰਨੇ ਨੇ, ਉਹ ਇਹ 7 ਫਾਰਮੂਲਾਸ ਨੇ ਤੁਹਾਡੇ ਕੋਲ। ਸੋ ਉਮੀਦ ਹੈ ਤੁਹਾਨੂੰ ਇਹ ਚੀਜ਼ ਸਮਝ ਲੱਗੀ ਹੋਏਗੀ ਕਿ ਅਸੀਂ ਇਹਨੂੰ ਕਿਵੇਂ ਕਰਨਾ ਹੈ। ਹੁਣ ਅਸੀਂ ਕੁਝ ਕੁਐਸਚਨਸ ਦੀ ਪ੍ਰੈਕਟਿਸ ਵੱਲ ਵੱਧਦੇ ਹਾਂ, ਜਿਹੜੇ ਕੁਐਸਚਨਸ ਤੁਹਾਡੇ ਲਈ ਤਿਆਰ ਪਹਿਲਾਂ ਹੀ ਕੀਤੇ ਜਾ ਚੁੱਕੇ ਨੇ। ਸੋ ਕੁਐਸਚਨਸ ਲਿਖਣ ਦਾ ਟਾਈਮ ਜਿਹੜਾ ਹੈ ਉਹ ਵੇਸਟ ਨਹੀਂ ਹੋਏਗਾ। ਸੋ ਅਸੀਂ ਇੱਥੇ ਪਹਿਲਾ ਕੁਐਸਚਨ ਦੇਖਦੇ ਹਾਂ ਕਿ ਜੋ ਇੱਥੇ ਪਹਿਲਾ ਕੁਐਸਚਨ ਹੈ ਕਿ 799 ਗੁਣਾ 799 ਗੁਣਾ 799 ਪਲੱਸ 211 ਗੁਣਾ 211 ਗੁਣਾ 211। ਇੱਥੇ ਅਸੀਂ ਦੇਖਦੇ ਹਾਂ ਕਿ 799 ਜੋ 3 ਵਾਰੀ ਭਾਗ ਹੋਇਆ, ਗੁਣਾ ਹੋਇਆ। ਸੋ 799 ਦੀ ਪਾਵਰ 3 ਹੋ ਗਈ, ਪਲੱਸ 211 ਵੀ 3 ਵਾਰ ਗੁਣਾ ਹੋ ਰਿਹਾ, ਸੋ 211 ਦੀ ਪਾਵਰ ਵੀ 3 ਹੋ ਗਈ। ਬਟੇ 'ਚ ਕੀ ਹੋ ਰਿਹਾ ਜੀ, 799 ਦੀ ਪਾਵਰ 2 ਹੋ ਰਹੀ ਹੈ, ਔਰ ਮਾਈਨਸ 799 ਦੇ ਨਾਲ 211 ਗੁਣਾ ਹੋ ਰਿਹਾ, ਔਰ ਪਲੱਸ ਕੀ ਹੋ ਰਿਹਾ ਜੀ, 211 ਦਾ ਸਕੁਅਰ ਪਲੱਸ ਹੋ ਰਿਹਾ। ਸੋ ਇਹ ਹੁਣ ਫਾਰਮੂਲਾ ਅਗਰ ਮੈਂ ਤੁਹਾਨੂੰ ਇੱਥੇ ਕਹਾਂ ਕਿ ਆ a ਦਾ ਕਿਊਬ ਹੈ ਪਲੱਸ b ਦਾ ਕਿਊਬ ਹੈ, ਠੀਕ ਹੈ ਜੀ। ਸੋ ਇੱਥੇ ਕੀ ਹੋ ਜਾਏਗਾ ਕਿ ਅਗਰ ਮੈਂ ਤੁਹਾਨੂੰ ਲਿਖ ਕੇ ਵੀ ਦਿਖਾਉਣੀ ਚਾਹਾਂ, ਸੋ a 799 ਹੋ ਜਾਏਗਾ ਤੇ b 211 ਹੋ ਜਾਏਗਾ। ਅਸੀਂ ਲਿਖ ਸਕਦੇ ਹਾਂ ਇਸ ਤਰੀਕੇ ਨਾਲ ਕਿਉਂਕਿ a ਦਾ ਕਿਊਬ ਹੈ ਪਲੱਸ b ਦਾ ਕਿਊਬ ਹੈ। ਸੋ ਹੁਣ a ਕਿਊਬ ਪਲੱਸ b ਕਿਊਬ ਦਾ ਮੈਂ ਇੱਥੇ ਫਾਰਮੂਲਾ ਵੀ ਲਿਖ ਦੇਣਾ ਚਾਹੁੰਦਾ ਦੁਬਾਰਾ। ਹੁਣੇ ਅਸੀਂ ਪਿੱਛੇ ਕਰਕੇ a ਕਿਊਬ ਪਲੱਸ b ਕਿਊਬ ਦਾ ਜੋ ਫਾਰਮੂਲਾ ਉਹ ਕੀ ਹੋਏਗਾ, a ਪਲੱਸ b ਤੇ ਇੱਥੇ ਕੀ ਹੋ ਜਾਏਗਾ a ਸਕੁਅਰ ਮਾਈਨਸ ab ਪਲੱਸ b ਸਕੁਅਰ। ਠੀਕ ਹੈ ਜੀ।
ਸੋ ਅਗਰ a ਦਾ ਕਿਊਬ ਪਲੱਸ b ਦਾ ਕਿਊਬ ਹੈ ਸੋ ਅਸਲ 'ਚ ਇਹਦਾ ਫਾਰਮੂਲਾ ਕੀ ਬਣੇਗਾ, ਇਸ ਨੂੰ ਅਸੀਂ ਜੇਕਰ ਧਿਆਨ ਨਾਲ ਦੇਖੀਏ a ਕਿਊਬ ਪਲੱਸ b ਕਿਊਬ ਦਾ ਜੇ ਮੈਂ ਫਾਰਮੂਲਾ ਲਿਖਾਂ, ਇਹਨੂੰ ਖੋਲ੍ਹਣਾ ਅਗਰ ਮੈਂ, ਤਾਂ ਫਾਰਮੂਲਾ ਸੀ a ਪਲੱਸ b। ਤੋਂ ਪਹਿਲਾਂ ਮੈਨੂੰ a ਪਲੱਸ b ਕਰਨਾ ਪਏਗਾ, ਮਤਲਬ 799 ਪਲੱਸ 211 a ਪਲੱਸ b ਕਰ ਲਿਆ ਜੀ। ਫਿਰ a ਦਾ ਸਕੁਏਅਰ ਲਿਖਣਾ ਹੈ ਮੈਂ, ਤਾਂ ਮੈਂ ਕੀ ਕਰਾਂਗਾ, a ਦਾ ਸਕੁਏਅਰ ਲਿਖ ਲਿਆ, ਮਾਈਨਸ a b ਕਰਨਾ ਹੈ ਮੈਂ, ਮਾਈਨਸ a b ਮਤਲਬ 799 ਗੁਣਾ 211 ਪਲੱਸ b ਦਾ ਵੀ ਸਕੁਏਅਰ ਕਰਨਾ ਹੈ ਮੈਂ, ਸੋ ਇੱਦਾਂ ਲਿਖ ਲਿਆ। ਤੇ ਉਸ ਤੋਂ ਬਾਅਦ ਨੀਚੇ ਜੋ ਸੀਗਾ ਉਹ ਤਾਂ ਉਹੀ ਪਿਆ ਹੀ ਸੀਗਾ ਆਪਣੇ ਕੋਲ, 799 ਦਾ ਸਕੁਏਅਰ ਮਾਈਨਸ 799 ਗੁਣਾ 211 ਪਲੱਸ 211 ਦਾ ਸਕੁਏਅਰ। ਠੀਕ ਹੈ ਜੀ। ਸੋ ਇਹ ਇਸ ਤਰੀਕੇ ਨਾਲ ਲਿਖਿਆ ਗਿਆ, ਇਹ ਸਾਡੇ ਕੋਲ ਥਰਡ ਸਟੈਪ ਹੋ ਗਿਆ, ਇਹ ਸਾਡੇ ਕੋਲ ਫਾਰਮੂਲਾ ਸੀਗਾ। ਠੀਕ ਹੈ ਜੀ। ਹੁਣ ਕੀ ਹੋਇਆ, ਇਹ ਦੋਨੋਂ ਰਕਮਾਂ ਸੇਮ ਹੋ ਗਈਆਂ ਸਾਡੇ ਕੋਲ, ਆਵਲੀ ਤੇ ਆਵਲੀ, ਇਹ ਦੋਨੋਂ ਕੱਟੀਆਂ ਗਈਆਂ ਤਾਂ ਬਚਿਆ ਕਿ ਸਾਡੇ ਕੋਲ ਜੋ ਸਾਡੇ ਕੋਲ ਬਚਿਆ 799 ਪਲੱਸ 211। ਬਸ ਅਸੀਂ ਇਸ ਦਾ ਜੋੜ ਕਰਕੇ ਲਿਖਣਾ, 9 ਤੇ 1 10, ਆਂਸਰ 1, 8 ਤੇ 1 9 ਤੇ 1 10, ਫਿਰ 1 7 2 9 ਤੇ 1 10। ਸੋ ਟੋਟਲ ਜੋ ਆਇਆ ਉਹ ਆਇਆ 1000। तो साढ़े कोल जो इसका उत्तर आया है वो आया जी 1000। उम्मीद है तुहानूं समझ आया होगा क्वेश्चन कि असीं इस क्वेश्चन नूं कीता किवें है, कि ये क्वेश्चन जिहड़ा वो होया किवें है। सो बेसिकली इस क्वेश्चन नूं करन दा यही एक जिहड़ा ईजी जिहा तरीका है वो यही है कि इसका उत्तर जो 1000 आ गया साडे कोल। ठीक है जी। उवें इत्थे है जी क्वेश्चन साडे कोल, इत्थे भी 3 वारी लिखिया होया साडे कोल। सो असीं इस नूं किवें लिखांगे, 658 की पावर 3 माइनस 328 की पावर 3 और इत्थे की हो जाएगा 658 की पावर 2 प्लस 658 गुणा 328 प्लस 328 का स्क्वेयर। सो इत्थे जो हुण फार्मूला बनेगा ए क्यूब माइनस बी क्यूब का, सो फार्मूला होएगा ए माइनस बी ए स्क्वेयर प्लस ए बी प्लस बी स्क्वेयर। ठीक है जी। सो असी इस तरीके नाल अगर देखते हैं, सो हुण इत्थे ए क्यूब माइनस बी क्यूब का जो फार्मूला खोलांगे सो असी लावांगे ए क्यूब मतलब ए माइनस बी, मतलब आ वाली चीज़ असीं लावांगे ए माइनस बी लगा देंगे। और बाकी का सानू उपरले वांग पता ही है कि जो असीं इत्थे इस चीज़ नूं लगाना लगांगे सो नीचे वाली नाल सीधी कट्टी जाएगी। सो असीं इत्थे जो भी लिखांगे नीचे वाले नाल कट्टिया जाएगा डायरैक्ट, तो बचेगा कि 658 माइनस 328। सो उत्तर जो आएगा वो 033। सो उत्तर आ गया 330। सो बेसिक आंसर जो 330 आ गया। उम्मीद है तुहानूं समझ आ गया होएगा। ये सारे क्वेश्चन की PDF तुहानूं जिहड़ी अवेलेबल कर दी जाएगी। विच ऑफ द फॉलोइंग नंबर इज डिविजिबल बाय 3। असीं चैक करना कि इन्हां विचों किहड़ा नंबर जिहड़ा वो डिविजिबल बाय 3 है या नहीं है। सो 3 दे लई सानूं सिंपल पता है कि असीं सिर्फ सारे डिजिट का सम करना है। तो असीं इत्थे चैक करके देखांगे 5 + 4 + 1 + 3 + 2 + 6, 5 ते 4 9, 1 10, 3 13, 2 15, 6 21। सो 21 आया। 21 जो है 3 ते भाग हुंदा, सो ये नंबर भी 3 ते भाग हो जाएगा। जे असीं इधर गल करिए सो ये 5 + 9 + 6 + 7 + 0 + 1 + 3। सो 9 5 14, 6 20, 7 27, 1 28 और 3 28 और 3 31। सो 31 3 ते भाग नहीं हुंदा। सो ये वाला नंबर जो है वो 3 ते भाग नहीं होएगा। ठीक है जी। उम्मीद है तुहानूं समझ आई होएगी कि 3 ते भाग क्यों नहीं होया या ये वाला 3 ते भाग क्यों हो गया। फिर क्वेश्चन है कि विच ऑफ द फॉलोइंग नंबर इज डिविजिबल बाय 4। इन्हां विचों किहड़ा नंबर है जिहड़ा 4 ते भाग हो जाता। 4 दे लई ट्रिक यही है कि अखीरले 2 डिजिट ही असीं चैक करने हुंदे ने कि 4 ते भाग हुंदे या नहीं हुंदे। सो किवें 94 जो असीं चैक करांगे, सो 94 जो है वो 4 ते भाग नहीं हुंदा और जिहड़ा 72 है वो 4 ते भाग हो जाता है। जिहड़ा वो आ जाएगा 4 × 4 और 4 8 32, 18 चौके 72 हुंदा। सो 18 आ गया। इसका मतलब आ वाला डिविजिबल हो जाएगा और ए जिहड़ा डिविजिबल नहीं होएगा। सो 4 की डिविजिबिलिटी भी असीं चैक कर सकते हैं। सानूं पूरी रकम तक जाण दी जिहड़ी लोड़ नहीं हुंदी बेसिकली। सो इस तो बाद असीं जिहड़ा नैक्सट क्वेश्चन साडा देखते हैं, वो नैक्सट क्वेश्चन जो है वो साडा ये है। नैक्सट क्वेश्चन जो है साडा वो हैगा वट इज़ अ प्लेस वैल्यू ऑफ 5। कि 5 की प्लेस वैल्यू की है। असीं जो पिछला लैक्चर किया उस दे बेस ते क्वेश्चनस ने कि वट इज़ द प्लेस वैल्यू ऑफ 5 इन। प्लेस वैल्यू हुंदी है इकाई दहाई सैकड़े के अकॉर्डिंग तुसीं दसनी हुंदी है। सो प्लेस वैल्यू 5 की। सो असीं प्लेस वैल्यू दे लई दस्सिया सी कि प्लेस वैल्यू लई जिन्ने अखर उस तो बाद ने उन्ने 0 लिख लो और जिथे 5 सी उहदी जगह 5 ही लिख लो। सो की है 50,000। सो ऑप्शन सी जिहड़ा है इसका उत्तर हो जाएगा सिंपल। द फेस वैल्यू ऑफ 8 की फेस वैल्यू। सो समझाया गया कि जो भी फेस वैल्यू जिस नंबर की पूछी जाती आप ही होंगे। सो 8 की फेस वैल्यू 8 आप ही होएगा, चाहे तुम पेपर च रकम ना भी पढ़ो, बस जो फेस वैल्यू पूछा जो रकम पूछी वही उसकी फेस वैल्यू कह देनी है। सिंपल आंसर होंगे। सो सम ऑफ प्लेस वैल्यूज ऑफ 3 इन
ਨੰਬਰ ਇਹਦੇ ਵਿੱਚ ਤੁਸੀਂ 3 ਦੀ ਪਲੇਸ ਵੈਲਿਊਜ਼ ਦਾ ਸਮ ਕਰਨਾ ਹੈ। ਸੋ 3 ਦੀ ਪਲੇਸ ਵੈਲਿਊ ਇਹਦੇ ਵਿੱਚ 3 ਦੀ ਪਲੇਸ ਵੈਲਿਊ ਕੀ ਹੈ 30, ਇਹਦੇ ਵਿੱਚ 3 ਦੀ ਪਲੇਸ ਵੈਲਿਊ ਕੀ ਹੈ 3000। ਸੋ ਦੋਨਾਂ ਦਾ ਸਮ ਕਰਾਂਗੇ ਤਾਂ 3000 ਦੇ ਵਿੱਚ 30 ਜੋੜਾਂਗੇ, ਸੋ ਆਨਸਰ ਆ ਜਾਏਗਾ 3030। ਸੋ ਇਸ ਦਾ ਜੋ ਉੱਤਰ ਹੈ ਉਹ ਸੀ ਹੋ ਜਾਏਗਾ। ਠੀਕ ਹੈ ਜੀ। ਉਸ ਤੋਂ ਬਾਅਦ ਪ੍ਰਸ਼ਨ ਹੈ ਕਿ √2 ਇਜ਼ ਐਨ, √2 ਕੀ ਹੈ, ਰੈਸ਼ਨਲ ਹੈ, ਨੈਚੁਰਲ ਹੈ, ਇਰੈਸ਼ਨਲ ਹੈ ਜਾਂ ਨਨ ਆਫ ਦਿਸ ਹੈ। ਸੋ √2 ਜੋ ਹੈ ਉਹ ਇਰੈਸ਼ਨਲ ਨੰਬਰ ਹੁੰਦਾ। ਅਸੀਂ ਕੀਤਾ ਸੀ ਕਿ ਅਗਰ ਅੰਡਰ ਦੇ ਵਿੱਚ ਕੋਈ ਪ੍ਰਾਈਮ ਨੰਬਰ ਰੱਖ ਦਿੱਤਾ ਜਾਏ ਸੋ ਇਰੈਸ਼ਨਲ ਹੁੰਦਾ, ਇਹ ਅਸੀਂ ਡੈਫੀਨੇਸ਼ਨ ਕੀਤੀ ਸੀ। ਸੋ ਇਸ ਦਾ ਉੱਤਰ ਜੋ ਸੀ ਹੈ ਸਿੱਧਾ ਸਿੱਧਾ ਹੋ ਜਾਂਦਾ। ਸੋ ਅਸੀਂ ਇੱਥੇ ਨੈਕਸਟ ਕੁਐਸਚਨ ਜੋ ਹੈ ਉਹ ਦੇਖਦੇ ਹਾਂ ਕਿ ਵਿਚ ਆਫ ਦਾ ਫੋਲੋਇੰਗ ਇਜ਼ ਆਲਵੇਜ਼ ਓਡ, ਕਿ ਹਮੇਸ਼ਾ ਓਡ ਕਿਹੜਾ ਹੋਏਗਾ। ਸੁਣੇ ਕਿ ਸਮ ਆਫ 2 ਓਡ ਨੰਬਰਸ ਇਜ਼ ਓਡ, तो नहीं जी 3 ਤੇ 5 दो ओड नंबर इन्हों का सम जो 8 एक ईवन हो जाता है। डिफरेंस ऑफ 2 ओड नंबर्स इज ओड नहीं, 5 और 3 का जो असी डिफरेंस करिए तो 2 एक ईवन नंबर होंगे। सो प्रोडक्ट ऑफ 2 ओड नंबर हमेशा ओड होंगे। सो इसका जो सी ऑप्शन है उत्तर हो जाएगा। सो हुण असी 10वां क्वेश्चन देखते हाँ जो कि है एवरी रैशनल नंबर इज ऑल्सो, कि एक रैशनल नंबर हमेशा की होंगे। सो एक रैशनल नंबर की इंटीजर होंगे, रियल होंगे, नैचुरल होंगे या होल होंगे। सो असी एक जिहड़ा चीज़ असी पहलां कीती सीगी लास्ट लैक्चर च कि जो नैचुरल नंबर होंदे ने, जो नैचुरल नंबर होंदे ने उस तो उपर होल नंबर होंदा है, उस तो उपर इंटीजर होंदे ने, उस तो उपर रैशनल आ जांदे ने। सो उसने पूछा कि एवरी रैशनल नंबर इज ऑल्सो, एक रैशनल नंबर हमेशा की होंदा है। ठीक है, मतलब रैशनल नंबर हमेशा की होएगा, रैशनल नंबर की होल होएगा। जो मान लो हुण मैं इत्थे कहां रैशनल नंबर की होल होएगा, क्योंकि होल नंबर च माइनस नहीं होंदा और रैशनल च होल होंदा। सो इसका मतलब हरेक रैशनल होल नंबर नहीं हो सकता। सो हुंदा की है जिहड़ा इहदे उपर वड्डा खाना होएगा रैशनल हमेशा वो होएगा। जिवें कि नैचुरल हमेशा होल नंबर होएगा ही होएगा, ये गारंटी है। सो इस तरीके नाल हुंदा है। सो जिवें इत्थे रैशनल दे उपर जो है हुण रियल नंबर पई सी, सो इसका मतलब रैशनल नंबर जो है वो हमेशा रियल तो होएगा ही होएगा, जरूरी नहीं वो इंटीजर होवे, क्योंकि रैशनल च बटे वाली रकम होंदी और इंटीजर दे विच बटे वाली रकम नहीं होंदी। नैचुरल दे विच माइनस नहीं हुंदा, होल दे विच माइनस नहीं हुंदा, पर रैशनल कोल तां माइनस हुंदा। सो इसका मतलब 3 ऑप्शन तो सीधे ही गए। इसका मतलब जो आंसर सी वो आ गया साडा बी रियल नंबर। सो ये सी अज दी पूरे का पूरा लैक्चर कि 10 असी प्रैक्टिस क्वेश्चनस किए ने, डिविजिबिलिटी टेस्ट किए ने, प्राइम नंबर किवें चैक किए जाते हैं वो असी किया है, कुछ इंपोर्टेंट फैक्ट्स किए ने। सो इस दे नाल नंबर सिस्टम का प्रॉपर पूरा लैक्चर जिहड़े ने 2 लैक्चरां दे विच सारा सिलेबस जो कंप्लीट होंदा है। सो नैक्सट वीडियो च असी जो अगे का काम लैके तुहाडे अगे हाज़र होवांगे, कोई होर टॉपिक जिसनूं असी कोशिश करांगे कि एक लैक्चर दे विच सब खत्म किया जाए या वध तो वध 2 लैक्चर ही बनाए जान ते नाल क्वेश्चन भी डिस्कस कर ले जान। सो जेकर तुहानूं ये सारा सिलेबस करवाने का तरीका ये वधिया लग्या है सो जरूर चैनल को सबसक्राइब करो, वीडियो को शेयर करो, दब के लाइक करो, चैनल नाल जुड़ो तो चैनल नाल जुड़न लई धन्नवाद। थैंक यू वेरी मच, धन्नवाद।